औज़ुबिल्लाहि मिनश्शैतानिर्रजीम बिस्मिल्लाहिर्रहमानिर्रहीम इय्याका नअबुदु व इय्याका नस्तईन खावर नईम हाशमी ऑफिशियल यूट्यूब चैनल पर आप सब दोस्तों की खिदमत में सलाम पेश करता हूँ। मेरा ख्याल है कि जो भी हम प्रोग्राम कर रहे हैं मुझे पंजाबी ज़ुबान में करना चाहिए, क्योंकि जिस शख्स के बारे में ये प्रोग्राम हम कर रहे हैं वो पंजाबी बोलता था, पढ़ा लिखा नहीं था और उर्दू बोल ही नहीं सकता था। उस शख्स का हम अपने चैनल पर एक इंटरव्यू भी कर चुके हैं। नाम था उसका शौकत कश्मीरी। शौकत कश्मीरी मुगलपुरा रेलवे कैरेज में, उसका बाप भी रेलवे में मुलाजिम था, उसका एक बड़ा भाई भी रेलवे में मुलाजिम था। बड़े भाई को फौत हुए काफ़ी अरसा हो गया है। मेरा ख्याल है कि वो बड़ा भाई नहीं था, शायद उसका छोटा भाई था। तो शौकत कश्मीरी के बारे में पंजाबी में बातें करते हैं। शौकत कश्मीरी ने रेलवे के सरकारी, एक बड़े सरकारी क्वार्टर में जन्म लिया। मैं पंजाबी कहता हूँ और फिर उर्दू शुरू हो जाता हूँ। शौकत कश्मीरी ने रेलवे वर्कशाप जिहड़ी है उनके करीब एक बहुत वड्डी कोठी सी। वो कोठी पहले उहदे प्यो कोल सी, फिर उहदे भरा कोल सी। भरा दा कई साल पहले इंतकाल हो गया सी। शौकत कश्मीरी ने जिंदगी च कोई कम नहीं किया। शौकत कश्मीरी बहुत अच्छा पंजाबी गुलकार भी सी ते शायर भी सी। वो बेचारा बहुत उन्हें जिंदगी च जदोजहद की थी। अनायत हुसैन पट्टी का ड्राइवर सी। अनायत हुसैन भट्टी ने जो फिल्म मुँहजोर बनाई, पहली फिल्म अपनी जाती, तो उदों उहदे कोल बाकायदा भट्टी साहब कोल वो मुलाजमत करता सी। वो मुलाजम तो भट्टी साहब का सी, लेकिन पसंद आलम लोहार नूं करता सी। आलम लोहार नाल उनदे अनायत हुसैन भट्टी साहब कोलों ज़्यादा ताल्लुकात सन और ज़्यादा प्यार सी। और आलम लोहार साहब भी शौकत कश्मीरी नूं बड़ा प्यार करते थे। शौकत कश्मीरी इस तरह जदोजहद करदे करदे जिंदगी का सफ़र पैदल तय करदे मैनू याद है कि मेरी अनायत हुसैन भट्टी नाल ते आलम लोहार दोवां दे नाल पहली मुलाकात शौकत कश्मीरी ने कराई सी। और फिर ये दोवां बंदियां दे नाल मेरी गहरी दोस्ती हो गई सी। शौकत कश्मीरी हुण साडे विच नहीं रहा। चंद दिन पहले वो दागे मुफारकत दे गया। वो
ਮੇਲਿਆਂ ਦੇ ਵਿੱਚ ਜਦੋਂ ਮੇਲੇ ਠੇਲੇ ਲੱਗਦੇ ਸਨ ਤੇ ਭੱਟੀ ਸਾਹਿਬ ਦੇ ਨੈਲਸਨ ਭੱਟੀ ਸਾਹਿਬ ਦਾ ਤੇ ਆਲਮ ਲੁਹਾਰ ਦਾ ਥੀਏਟਰ ਆਪਣੇ ਸਾਹਮਣੇ ਲੱਗਦਾ ਸੀ ਤੇ ਉਹ ਦੋਵਾਂ ਥੀਏਟਰਾਂ 'ਚ ਜਾ ਕੇ ਗੀਤ ਗਾਉਂਦਾ ਸੀ ਔਰ ਉਹਨਾਂ ਦੀ ਹੀ ਨਕਲ ਉਤਾਰਦਾ ਸੀ ਔਰ ਉਹਨਾਂ ਦੇ ਹੀ ਅੰਦਾਜ਼ ਵਿੱਚ ਭੱਟੀ ਸਾਹਿਬ ਦੇ ਥੀਏਟਰ ਵਿੱਚ ਭੱਟੀ ਸਾਹਿਬ ਦਾ ਅੰਦਾਜ਼, ਆਲਮ ਲੁਹਾਰ ਦੇ ਥੀਏਟਰ ਵਿੱਚ ਆਲਮ ਲੁਹਾਰ ਦਾ ਸਟਾਈਲ। ਫਿਰ ਉਹਦਾ ਮੀਆਂ ਮੁਜਤਬਾ ਰਹਿਮਾਨ ਜਿਹੜੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਇੱਕ ਅਹਿਮ ਲੀਡਰ ਨੇ, ਉਹਨਾਂ ਦੇ ਨਾਲ ਦੋਸਤੀ ਹੋ ਗਈ ਔਰ ਉਹ ਦੋਸਤੀ ਦੀ ਵਜ੍ਹਾ ਦੇ ਨਾਲ ਉਹ ਮੁਸਲਿਮ ਲੀਗ ਨੂਨ ਦੇ ਕਰੀਬ ਚਲਾ ਗਿਆ। ਮੁਸਲਿਮ ਲੀਗ ਨੂਨ ਨੇ ਆਪਣੇ ਪਿਛਲੇ ਦੌਰੇ ਹਕੂਮਤ ਦੇ ਵਿੱਚ ਉਹਨੂੰ ਲਾਹੌਰ ਦੀ ਫਰੂਟ ਮੰਡੀ ਦਾ ਚੇਅਰਮੈਨ ਵੀ ਲਾਇਆ। ਉਹ ਜਿਹੜਾ ਫਰੂਟ ਮੰਡੀ ਦਾ ਸਬਜ਼ੀ ਮੰਡੀ ਦਾ ਚੇਅਰਮੈਨ ਹੁੰਦਾ, ਐਡਮਿਨਿਸਟ੍ਰੇਟਰ ਹੁੰਦਾ, ਉਹ ਗ੍ਰੇਡ 20 ਜਾਂ 21 ਉਹ ਸ਼ੌਕਤ ਕਸ਼ਮੀਰੀ ਤੇ ਕਹਿੰਦਾ ਸੀ ਮੈਂ ਗ੍ਰੇਡ 22 ਦਾ ਅਫਸਰ ਆ, ਅਨਪੜ੍ਹ ਹੈਗਾ ਸੀ, ਲੇਕਿਨ 20 ਜਾਂ 21 ਦਾ ਅਫਸਰ ਜਿਹੜਾ ਉਹਨੂੰ ਐਡਮਿਨਿਸਟ੍ਰੇਟਰ ਲਾਇਆ ਜਾਂਦਾ ਹੈ। ਬੜੀ ਸ਼ਾਨ ਦੇ ਨਾਲ ਉਹਨੇ ਨੌਕਰੀ ਕੀਤੀ ਔਰ ਉਹ ਦੋਸਤਾਂ ਦੇ ਘਰਾਂ 'ਚ ਫਲ ਵੀ ਪਹੁੰਚਾਇਆ ਕਰਦਾ ਸੀ ਔਰ ਬੜਾ ਖੁਸ਼ ਸੀ। ਉਹਦੇ ਕੋਲ ਸਰਕਾਰੀ ਗੱਡੀ ਸੀ, ਸਰਕਾਰੀ ਡਰਾਈਵਰ ਸੀ ਔਰ ਇਸ ਗੱਲ ਤੇ ਉਹਨੂੰ ਬੜਾ ਨਾਜ਼ ਸੀ ਕਿ ਉਹ ਅਨਪੜ੍ਹ ਹੋਣ ਦੇ ਬਾਵਜੂਦ ਏਡੇ ਵੱਡੇ ਅਹੁਦੇ ਤੇ ਹੈਗਾ ਔਰ ਉਹਦੇ ਕੋਲ ਸ਼ੋਫਰ ਡਰਾਈਵਰ ਵੀ ਹੈਗਾ, ਗੱਡੀ ਵੀ ਹੈਗੀ ਹੈ। ਤੇ ਇਹ ਪਿਛਲਾ ਦੌਰੇ ਹਕੂਮਤ, ਇਹ ਵਾਲਾ ਨਹੀਂ, ਪਿਛਲੇ ਦੌਰੇ ਹਕੂਮਤ ਦੇ ਵਿੱਚ ਇਹ ਸਭ ਕੁਝ ਹੋਇਆ। ਲੇਕਿਨ ਮੌਜੂਦਾ ਦੌਰੇ ਹਕੂਮਤ ਦੇ ਵਿੱਚ ਉਹਨੂੰ ਕਿਸੇ ਕਿਸਮ ਦੀ ਲਿਫਟ ਨਹੀਂ ਕਰਾਈ ਗਈ। ਉਹ ਲਿਫਟ ਨਾ ਕਰਾਉਣ ਦੀ ਇੱਕ ਵਜ੍ਹਾ ਹੈ ਕਿ ਇੱਕ ਉਹਨੇ ਫੇਸਬੁੱਕ ਤੇ ਵੀ ਆਪਣਾ ਪੇਜ ਬਣਾਇਆ ਹੋਇਆ ਸੀ, ਸ਼ੌਕਤ ਕਸ਼ਮੀਰੀ ਨੇ। ਉੱਥੇ ਉਹਨੇ ਇੱਕ ਫੋਟੋ ਲਾਈ ਇੱਕ ਬੱਚੇ ਦੀ, ਜਿਹਨੂੰ ਉਹਨੇ ਚੰਗੀ ਤਰ੍ਹਾਂ ਮੇਕਅਪ ਕਰਾਇਆ, ਜਿਸ ਤਰ੍ਹਾਂ ਕੁੜੀਆਂ ਨੂੰ ਮੇਕਅਪ ਕਰਾਈਦਾ, ਔਰ ਮੇਕਅਪ ਕਰਾਉਣ ਦੇ ਬਾਅਦ ਉਹਨੂੰ ਗੋਦੀ 'ਚ ਬਿਠਾਇਆ। ਗੋਦੀ 'ਚ ਬਿਠਾਉਣ ਦੇ ਬਾਅਦ ਉਹਦੀ ਪੱਪੀ ਲੈਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਔਰ ਇਹ ਫੋਟੋ ਉਹਨੇ ਆਪਣੇ ਫੇਸਬੁੱਕ ਤੇ ਲਾਤੀ। ਮੈਂ ਬਹੁਤ ਹੈਰਾਨ ਸਾਂ ਕਿ ਅਨਪੜ੍ਹ ਤੇ ਹੈ ਲੇਕਿਨ ਪਾਗਲ ਵੀ ਹੈ ਯਾਰ, ਕਿ ਏਡੇ ਵੱਡੇ ਖਾਨਦਾਨ ਦੇ ਕਿਸੇ ਬੱਚੇ ਦੀ ਤੁਸੀਂ ਤਸਵੀਰ ਇਸ ਤਰ੍ਹਾਂ ਲਾਓ। ਮੈਨੂੰ ਯਕੀਨ ਹੈ ਕਿ ਉਹ ਫੋਟੋ ਦਾ ਨੋਟਿਸ ਲਿੱਤਾ ਗਿਆ ਔਰ ਮੁਸਲਿਮ ਲੀਗ ਨੂਨ ਦੇ ਵਿੱਚ ਉਹਦਾ ਦਾਖਲਾ ਬੰਦ ਕਰ ਦਿੱਤਾ ਗਿਆ, ਜਿੱਥੇ ਕਿ ਉਹਦੀ ਬਹੁਤ ਇੱਜ਼ਤ ਸੀ। ਸ਼ੌਕਤ ਕਸ਼ਮੀਰੀ ਦੋਸਤਾਂ ਦਾ ਦੋਸਤ ਸੀ। ਆਪਣੇ ਅੱਜ ਕੱਲ੍ਹ ਭਤੀਜਿਆਂ ਕੋਲ ਰਹਿ ਰਿਹਾ ਸੀ, ਕਮਾਈ ਦਾ ਕੋਈ ਜ਼ਰੀਆ ਨਹੀਂ ਸੀ, ਕੋਈ ਉਹਨੇ ਪੈਸੇ ਨਹੀਂ ਸਨ ਜਮ੍ਹਾਂ ਕੀਤੇ ਹੋਏ। ਪੈਸੇ ਜਮ੍ਹਾਂ ਕਰਨ ਦਾ ਉਹਨੂੰ ਸ਼ੌਕ ਵੀ ਸ਼ਾਇਦ ਕੋਈ ਨਹੀਂ ਸੀ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਪਹਿਲੀ ਵਾਰ ਮਿਲਿਆ ਉਦੋਂ ਮੈਂ ਸ਼ਾਹ ਹੁਸੈਨ ਕਾਲਜ ਵਿੱਚ ਪੜ੍ਹਨਾ ਸੀ ਅਤੇ ਉੱਥੇ ਮੇਰੀ ਮੁਲਾਕਾਤ ਹੋਈ ਸੀ। ਉਹ ਮੈਨੂੰ ਇਛਰੇ ਵਾਲੇ ਘਰੋਂ ਲੈ ਕੇ ਨਿਕਲਦਾ, ਇਛਰੇ ਮੋੜ ਤੇ ਇੱਕ ਮੱਛਲੀ ਤੇ ਪਕੌੜਿਆਂ ਦੀ ਦੁਕਾਨ ਹੁੰਦੀ ਸੀ,
ਉੱਥੋਂ 2 ਨਾਨ ਲੈਂਦਾ ਸੀ, ਥੋੜ੍ਹੇ ਜਿਹੇ 4 ਆਨੇ ਦੇ 8 ਆਨੇ ਦੇ ਪਕੌੜੇ ਲੈਂਦਾ ਸੀ, ਇੱਕ ਨਾਨ ਮੈਨੂੰ ਦੇ ਦਿੰਦਾ ਸੀ, ਇੱਕ ਆਪਣੇ ਹੱਥ ਹੀ ਫੜ ਲੈਂਦਾ ਸੀ ਤੇ ਉੱਥੋਂ ਮੈਨੂੰ ਪੈਦਲ ਨੈਸਨ ਭੱਟੀ ਦੇ ਘਰ ਲੈ ਜਾਂਦਾ ਸੀ ਤੇ ਅਸੀਂ ਉਹ ਨਾਨ ਖਾਂਦੇ ਖਾਂਦੇ ਨੈਸਨ ਭੱਟੀ ਸਾਹਿਬ ਦੇ ਘਰ ਪਹੁੰਚ ਜਾਂਦੇ ਸੀ। ਇਸੇ ਤਰ੍ਹਾਂ ਉਹਨੇ ਜ਼ਿੰਦਗੀ ਗੁਜ਼ਾਰੀ। ਹੁਣ ਉਹਦੀ ਹਾਲਤ ਐਸੀ ਕਿ ਕਨਵੇਂਸ ਉਹਦੇ ਕੋਲ ਕੋਈ ਨਹੀਂ, ਪੈਦਲ ਉਹਨੂੰ ਜਿੰਨਾ ਮਰਜ਼ੀ ਟੋੜ ਲਓ। ਮੇਰੇ ਕੋਲੋਂ ਵੱਡੀ ਉਮਰ ਦਾ ਸੀ, ਹੁਣ ਪੈਦਲ ਚੱਲਣਾ ਵੀ ਮੁਸ਼ਕਿਲ ਸੀ। ਮੈਨੂੰ ਜਦੋਂ ਮਿਲਣ ਆਉਂਦਾ ਸੀ, ਉਹਦੇ ਨਾਲ 2 ਬੰਦੇ ਜ਼ਰੂਰ ਹੁੰਦੇ ਸਨ, ਜਿਨ੍ਹਾਂ ਨੂੰ ਮੇਰੇ ਘਰ ਦੇ ਅੰਦਰ ਨਹੀਂ ਸੀ ਲਿਆਂਦਾ, ਬਾਹਰ ਹੀ ਖੜਾ ਰੱਖਦਾ ਸੀ। ਫਿਰ ਥੋੜ੍ਹੀ ਦੇਰ ਬਾਅਦ ਅੰਦਰ ਬੁਲਾ ਲੈਂਦਾ ਸੀ। ਉਹਨਾਂ ਨੂੰ ਇਹ ਕਹਿ ਕੇ ਲਿਆਂਦਾ ਸੀ ਕਿ ਮੈਂ ਤੁਹਾਨੂੰ ਇੱਕ ਬੜੇ ਵੱਡੇ ਬੰਦੇ ਨਾਲ, ਮੈਨੂੰ ਉਹਨੇ ਪਤਾ ਨਹੀਂ ਕਿੱਡਾ ਕੁ ਵੱਡਾ ਬੰਦਾ ਪੇਂਟ ਕਰ ਦਿੰਦਾ ਸੀ ਤੇ ਉਹ ਲੋਕਾਂ ਨੂੰ ਮੁਤਾਸਰ ਕਰਕੇ ਉਹਨਾਂ ਦੀ ਮੋਟਰਸਾਈਕਲ ਤੇ ਬੈਠ ਕੇ ਮੇਰੇ ਘਰ ਕਦੀ ਕਦੀ ਮਿਲਣ ਆ ਜਾਂਦਾ ਸੀ। ਉਹਦੇ ਬਾਅਦ ਉਹ ਜਿਹੜੇ ਉਹਦੇ ਮਹਿਮਾਨ ਹੁੰਦੇ ਸਨ, ਜਿਹੜੇ ਉਹਨੂੰ ਲੈ ਕੇ ਮੋਟਰਸਾਈਕਲ ਤੇ ਆਉਂਦੇ ਸਨ, ਮੇਰੀਆਂ ਉਹਨਾਂ ਦੇ ਨਾਲ ਤਸਵੀਰਾਂ ਜਿਹੜੀਆਂ ਨੇ ਉਹ ਛਾਪਦਾ ਸੀ ਫੇਸਬੁੱਕ ਦੇ ਉੱਤੇ। ਔਰ ਉਹਦਾ ਮਸ਼ਗਲਾ ਸੀ ਕਿ 2-4 ਬੰਦੇ ਆਪਣੇ ਘਰ ਬੁਲਾ ਲੈਣੇ ਜਾਂ 2-4 ਬੰਦੇ ਕਿਸੇ ਦੇ ਘਰ ਜਮ੍ਹਾਂ ਨੇ ਤੇ ਉੱਥੇ ਚਲੇ ਜਾਣਾ, ਉਹਨਾਂ ਦੇ ਨਾਲ ਤਸਵੀਰਾਂ ਬਣਵਾਉਣੀਆਂ ਤੇ ਰੋਜ਼ ਆਪਣੀ ਫੋਟੋ ਜਿਹੜੀ ਹੈ ਉਹ ਨਵੀਂ ਫੇਸਬੁੱਕ ਤੇ ਦੇ ਦੇਣੀ ਔਰ ਦੱਸਣਾ ਕਿ ਦੇਖੋ ਲਾਹੌਰ ਦੇ ਵਿੱਚ ਮੇਰੀ ਕਿੰਨੀ ਦੁਨੀਆ ਵਾਕਫ ਹੈ। ਸ਼ੌਕਤ ਕਸ਼ਮੀਰੀ ਬੇਸਿਕਲੀ ਇੱਕ ਸ਼ਰੀਫ ਆਦਮੀ ਸੀ, ਨੇਕ ਆਦਮੀ ਸੀ। ਫਾਇਦਾ ਉਹਨੇ ਲਿਆ, ਅਨਪੜ੍ਹ ਹੋਣ ਦੇ ਬਾਵਜੂਦ ਉਹਨੂੰ ਫਰੂਟ ਮੰਡੀ ਦਾ ਐਡਮਿਨਿਸਟ੍ਰੇਟਰ ਲਾਇਆ ਗਿਆ ਸੀ, ਲੇਕਿਨ ਮੌਜੂਦਾ ਹਕੂਮਤ ਦੇ ਵਿੱਚ ਉਹਨੂੰ ਕੁਝ ਨਹੀਂ ਮਿਲ ਸਕਿਆ। ਇਹ ਸਵਾਲ ਮੈਂ ਉਹਨੂੰ ਕੀਤਾ ਵੀ ਕਿ ਵੀ ਤੂੰ ਪਿਛਲੀ ਵਾਰੀ ਤੇ ਤੈਨੂੰ ਬੜਾ ਨਵਾਜ਼ਿਆ ਗਿਆ ਸੀ, ਐਤਕੀ ਕੀ ਹੈ, ਤੂੰ ਮੁਜਤਬਾ ਸ਼ੁਜਾ ਸਾਹਿਬ ਨਾਲ ਗੱਲ ਕਰ। ਉਹ ਮੇਰੇ ਸਵਾਲ ਦਾ ਜਵਾਬ ਨਹੀਂ ਸੀ ਦਿੰਦਾ। ਮੈਨੂੰ ਲੱਗਦਾ ਇੱਕ ਤਾਂ ਉਮਰ ਦਾ ਤਕਾਜ਼ਾ ਵੀ ਸੀ, ਇੱਕ ਮਹਿਰੂਮੀਆਂ ਬੜੀਆਂ ਸਨ, ਗੁਰਬਤ ਸੀ, ਭਤੀਜਿਆਂ ਦੇ ਘਰ 'ਚ ਰਹਿ ਕੇ ਉਹਨਾਂ ਦੇ ਘਰੋਂ ਰੋਟੀ ਖਾਣਾ, ਫਿਰ ਖਾਲੀ ਜੇਬ ਅੱਜ ਕੱਲ੍ਹ ਦੋਸਤਾਂ ਨੂੰ ਮਿਲਣ ਜਾਣਾ ਜਾਂ ਦੋਸਤਾਂ ਦੀ ਦਾਵਤ ਕਰਨਾ ਜਾਂ ਕਿਸੇ ਦੋਸਤ ਦੇ ਘਰ ਕੋਈ ਚੀਜ਼ ਲੈ ਕੇ ਜਾਣੀ, ਇਹ ਬੜਾ ਮੁਸ਼ਕਿਲ ਕੰਮ ਸੀ। ਬਹਰਹਾਲ ਮੈਂ ਚੂੰਕਿ ਸ਼ੌਕਤ ਕਸ਼ਮੀਰੀ ਦਾ ਇੱਕ ਦੇਰੀਨਾ ਦੋਸਤ ਹੋਣ ਦੇ ਨਾਤੇ ਮੈਂ ਉਹਦੀ ਜ਼ਿੰਦਗੀ ਦੀ ਸਟਰਗਲ ਨੂੰ ਸਲਾਮ ਪੇਸ਼ ਕਰਨਾ ਵਾ ਕਿ ਇੱਕ ਮਾਮੂਲੀ ਡਰਾਈਵਰ ਦਾ ਮੈਨੂੰ ਇਸ ਵਾਸਤੇ ਪਤਾ ਕਿ ਜਦੋਂ ਫਿਲਮ ਮੂੰਹ ਜ਼ੋਰ ਬਣ ਰਹੀ ਸੀ ਤੇ ਉਹ ਨਈਮ ਹਾਸ਼ਮੀ ਸਾਹਿਬ ਮੂੰਹ ਜ਼ੋਰ ਦੇ ਵਿਲਨ ਸਨ ਤੇ ਉਹ ਅਨੈਤ ਸੈਨ ਭੱਟੀ ਉਹਨਾਂ ਦੀ ਗੱਡੀ ਦੇ ਵਿੱਚ ਹਾਸ਼ਮੀ ਸਾਹਿਬ ਨੂੰ ਪਿਛਲੇ ਵਾਲੇ ਘਰ ਡ੍ਰੌਪ ਕਰਨਾ ਆਉਂਦਾ ਹੁੰਦਾ ਸੀ। ਇਹ ਗੱਲਾਂ ਮੈਨੂੰ ਦੱਸਦਾ ਵੀ ਹੁੰਦਾ ਸੀ। ਬਹੁਤ ਸਾਰੇ ਰਾਜ਼, ਬਹੁਤ ਸਾਰੀ ਕਹਾਣੀਆਂ ਜਿਹੜੀਆਂ ਸ਼ੌਕਤ ਕਸ਼ਮੀਰੀ ਦੇ ਸੀਨੇ ਅੰਦਰ ਸਨ, ਉਹਨੇ ਸੀਨੇ ਦੇ ਵਿੱਚ ਹੀ ਛੁਪਾ ਕੇ ਰੱਖੀਆਂ। ਉਹਦੇ ਕੋਲ ਬਹੁਤ ਕੁਝ ਹੈਗਾ ਸੀ। ਮਾਂ ਦੇ ਉੱਤੇ ਉਹਨੇ ਇੱਕ ਨਜ਼ਮ ਲਿਖੀ
ਮਾਂ ਦੇ ਨਾਲ ਮੁਹੱਬਤ ਦਾ ਇੱਕ ਤਸਵੁਰਾਤੀ ਆਦਮੀ ਸੀ, ਮਾਂ ਨਾਲ ਪਿਆਰ ਕਰਨ ਵਾਲਾ ਇੱਕ ਨਾ ਮਿਸਾਲੀ ਆਦਮੀ ਸੀ। ਔਰ ਮਾਂ ਸੇ ਮੁਹੱਬਤ ਨਾਂ ਦੀ ਉਸ ਨਜ਼ਮ ਨੂੰ ਉਹ ਹਰ ਜਗ੍ਹਾ ਸੁਣਾਉਂਦਾ ਸੀ। ਉਹਦੇ ਬਾਅਦ ਫਿਰ ਆਪਣਾ ਨਵਾਂ ਕਲਾਮ ਸੁਣਾਉਣਾ ਸ਼ੁਰੂ ਕਰ ਦਿੰਦਾ ਸੀ। ਮਾਂ ਪਤਾ ਨਹੀਂ ਕਦੋਂ ਉਹਦੀ ਮਰ ਚੁੱਕੀ ਸੀ, ਬਚਪਨ 'ਚ ਮਰ ਗਈ ਸੀ, ਅਵਾਇਲ ਉਮਰ 'ਚ ਮਰ ਗਈ ਸੀ, ਲੇਕਿਨ ਮਾਂ ਉਹਦੇ ਸੀਨੇ 'ਚ ਜ਼ਿੰਦਾ ਸੀ। ਔਰ ਮਾਂ ਉਹਨੂੰ ਜ਼ਿੰਦਗੀ ਦੀਆਂ ਠੋਕਰਾਂ ਖਾਣ ਵਾਸਤੇ ਸ਼ਾਇਦ ਦੁਨੀਆ 'ਚ ਛੱਡ ਗਈ। ਉਹਨੇ ਆਪਣੀ ਮਾਂ ਦੇ ਨਾਲ ਪਿਆਰ ਨਹੀਂ ਛੱਡਿਆ, ਲੇਕਿਨ ਦੁਨੀਆ ਨੇ ਸ਼ੌਕਤ ਕਸ਼ਮੀਰੀ ਨੂੰ ਰਹਿਣ ਨਹੀਂ ਦਿੱਤਾ। ਸ਼ੌਕਤ ਕਸ਼ਮੀਰੀ ਦੇ ਆਖਰੀ ਦਿਨ ਕੋਈ ਚੰਗੇ ਦਿਨ ਨਹੀਂ ਸਣੇਗੇ। ਉਹ ਬੜੀ ਕਸਮ ਪੁਰਸੀ ਦੇ ਆਲਮ ਦੇ ਵਿੱਚ ਇੰਤਕਾਲ ਹੋਇਆ ਉਹਦਾ। ਅਸੀਂ ਉਹਦੇ ਵਾਸਤੇ ਇੰਨਾ ਲਿल्लाह व इन्ना इलैहि राजिऊन पढ़ने। खुदा हाफिज़।